ਡਾਕਟਰ ਅਲੀ ਕਨਾਨੀ ਆਰਥੋਡੋਂਟਿਕਸ ਦੇ ਸਰਟੀਫਾਈਡ ਸਪੈਸ਼ਲਿਸਟ ਹਨ ਜੋ ਹਰ ਕਿਸਮ ਦੀਆਂ ਦੰਦਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਦੇ ਹਨ। ਆਰਥੋਕੈਡ IQ ਦੇ ਕੰਪਿਊਟਰ ਗਾਈਡਡ ਸਿਸਟਮ ਨਾਲ ਆਪਟੀਮਲ ਬ੍ਰੈਕਟ ਪਲੇਸਮੈਂਟ ਕਰਦੇ ਹਨ। ਮਿਨੀ ਸਟੇਨਲੈਸ ਸਟੀਲ ਬ੍ਰੇਸਿਸ, ਗੋਲਡ ਬ੍ਰੇਸਿਸ, ਕਲੀਅਰ ਬ੍ਰੇਸਿਸ ਤੇ ਇਨਵਿਸਲਾਈਨ ਸਿਸਟਮ ਵੀ ਉਪਲਬਧ ਹੈ। ਜੇਕਰ ਬੱਚਿਆਂ ਨੂੰ ਖਾਣਾ ਚਬਾਉਣ ਵਿੱਚ ਮੁਸ਼ਕਿਲ ਆਉਂਦੀ ਹੈ, ਸਪੀਚ ਪ੍ਰੋਬਲਮਸ ਜਾਂ ਐਬਨੋਰਮਲ ਬਾਈਟਸ ਹਨ ਤਾਂ ਪਹੁੰਚੋ ਡਾਕਟਰ ਅਲੀ ਕਨਾਨੀ ਕੋਲ। ਕ੍ਰੀਏਟਿੰਗ ਬਿਊਟੀਫੁਲ ਸਮਾਈਲਸ, ਇਲਾਜ ਕਰਾਓ ਤੇ 에ਅਰ ਮਾਈਲਸ ਵੀ ਪਾਓ। ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਸੈਗਮੈਂਟ ਵਿੱਚ। ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨਾਲ, ਜਿਹੜੇ ਕਿ ਹਰ ਹਫ਼ਤੇ ਸਾਡੇ ਕੋਲ ਇੱਥੇ ਆ ਕੇ ਸਾਂਝ ਪਾ ਰਹੇ ਨੇ ਵੱਖਰੇ ਵੱਖਰੇ ਇਸ਼ੂਜ਼ ਅਤੇ ਟੌਪਿਕਸ ਦੇ ਉੱਤੇ। ਅੱਜ ਦਾ ਵਿਸ਼ਾ ਜਿਸ ਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਹਾਂ ਉਹ ਹੈ ਗ੍ਰਸਤ ਜੀਵਨ। ਗ੍ਰਸਤ ਜੀਵਨ ਨੂੰ ਉੱਤਮ ਮੰਨਿਆ ਗਿਆ ਸਿੱਖੀ ਦੇ ਵਿੱਚ, ਲੇਕਿਨ ਅੱਜ ਕੱਲ੍ਹ ਅਸੀਂ ਇਹ ਵੀ ਵੇਖ ਰਹੇ ਹਾਂ ਕਿ ਗ੍ਰਸਤ ਨੂੰ ਨਿੰਦਿਆ ਵੀ ਜਾ ਰਿਹਾ ਹੈ ਅਤੇ ਸਾਡੇ ਹੀ ਸਮਾਜ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਅੱਗੇ ਆ ਰਹੇ ਨੇ ਜਿਹੜੇ ਕਿ ਸਾਨੂੰ ਦੂਰ ਕਰ ਰਹੇ ਨੇ ਗ੍ਰਸਤ ਜੀਵਨ ਤੋਂ। ਸਿੱਖੀ ਵਿੱਚ ਗ੍ਰਸਤ ਦੀ ਕੀ ਮਹੱਤਤਾ ਹੈ, ਗੁਰੂ ਨਾਨਕ ਸਾਹਿਬ ਨੇ ਇਸ ਕਨਸੈਪਟ ਨੂੰ ਕਿਉਂ ਅਹਿਮੀਅਤ ਦਿੱਤੀ, ਆਓ ਇਸ ਸੰਬੰਧ ਵਿੱਚ ਜਾਣਕਾਰੀ ਲੈਂਦੇ ਹਾਂ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਤੋਂ। ਜੀ ਆਨੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ। ਹਰਪ੍ਰੀਤ ਸਿੰਘ ਜੀ, ਤੁਹਾਡੇ ਸਵਾਲ ਬੜੇ ਸਟੀਕ ਔਰ ਬੜੇ ਵਧੀਆ ਹੁੰਦੇ ਨੇ ਜਿਹੜੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿੰਦੇ ਨੇ। ਧੰਨਵਾਦ ਜੀ। ਗ੍ਰਸਤ ਧਰਮ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਵਾਨਤਾ ਦਿੱਤੀ ਤੇ ਉਹ ਇਸ ਕਰਕੇ ਦਿੱਤੀ, ਜੇ ਅਸੀਂ ਗ੍ਰਸਤ ਨੂੰ ਹੀ ਛੱਡ ਦੇਵਾਂਗੇ ਤੇ ਸੰਸਾਰ ਦੀ ਚਲਦੀ ਹੋਈ ਰੀਤ ਬੰਦ ਹੋ ਜਾਏਗੀ। ਜੇ ਸਾਰੇ ਹੀ ਗ੍ਰਸਤ ਦਾ ਤਿਆਗ ਕਰ ਦੇਣਗੇ, ਕਿਉਂਕਿ ਹਰ ਮਨੁੱਖ ਚਾਹੁੰਦਾ ਮੈਂ ਧਰਮੀ ਹੋਵਾਂ ਜੀ, ਜੇ ਸਾਰੇ ਹੀ ਧਰਮੀ ਬਣਨ ਵਾਸਤੇ ਆਪਣੇ ਗ੍ਰਸਤ ਦਾ ਤਿਆਗ ਕਰ ਦੇਣਗੇ ਤੇ ਫਿਰ ਕਿਰਤ ਕੌਣ ਕਰੇਗਾ, ਬਜ਼ੁਰਗਾਂ ਦੀ ਸੰਭਾਲ ਕੌਣ ਕਰੇਗਾ, ਬੱਚਿਆਂ ਦੀ ਦੇਖਭਾਲ ਕੌਣ ਕਰੇਗਾ। ਔਰ ਬੱਚੇ ਹੀ ਨਹੀਂ ਹੋਣਗੇ ਤੇ ਸੰਸਾਰ ਦੀ ਅੱਗੋਂ ਰੀਤ ਰੁਕ ਜਾਏਗੀ, ਫਸਲਾਂ ਨਹੀਂ ਹੋਣਗੀਆਂ, ਕਾਰੋਬਾਰ ਨਹੀਂ ਹੋਣਗੇ, ਲੋਕ ਭੁੱਖੇ ਮਰ ਜਾਣਗੇ। ਭਾਵ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਅਕਾਲ ਪੁਰਖ ਦੇ ਬਣਾਏ ਹੋਏ ਹਸਤੇ ਵਸਤੇ ਸੰਸਾਰ ਨੂੰ ਚਲਦੇ ਰੱਖਦਿਆਂ ਦੇ ਨਾਲ ਨਾਲ ਇੱਕ ਐਸਾ ਸਿਧਾਂਤ ਦੇ ਦਿੱਤਾ ਜਿਹੜਾ ਹੈ ਗ੍ਰਸਤ ਧਰਮ, ਭਾਵ ਗ੍ਰਸਤ ਵਿੱਚ ਰਹਿੰਦਿਆਂ ਧਰਮੀ ਹੋ ਜਾਣਾ ਜੀ। ਅਸਲ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਕਾਲ ਪੁਰਖ ਬਾਰੇ ਵੀ ਇਸ ਤਰ੍ਹਾਂ ਦੀ ਹੀ ਸੰਸਾਰ ਨੂੰ ਇੱਕ ਵਿਚਾਰਧਾਰਾ ਦਿੱਤੀ। ਗ੍ਰਸਤੀ ਦੇ 3 ਲੱਛਣ ਹੁੰਦੇ ਨੇ। ਗ੍ਰਸਤੀ ਜਿਹੜਾ ਉਹ ਜੰਗਲ ਪਹਾੜ 'ਚ ਨਹੀਂ ਰਹਿੰਦਾ, ਉਹ ਆਪਣੇ ਪਰਿਵਾਰ ਦੇ ਨਾਲ ਸਮਾਜ ਵਿੱਚ ਆਬਾਦੀ ਵਿੱਚ ਰਹਿੰਦਾ ਹੈ ਜੀ। ਗ੍ਰਸਤੀ ਦਾ ਦੂਸਰਾ ਲੱਛਣ ਇਹ ਹੈ ਕਿ ਉਹਦੇ ਧੀਆਂ ਪੁੱਤਰ ਨੇ, ਉਹਦੀ ਔਲਾਦ ਹੈ। ਗ੍ਰਸਤੀ ਦਾ ਤੀਸਰਾ ਲੱਛਣ ਇਹ ਹੈ ਉਹ ਆਪਣੀ ਔਲਾਦ ਵਾਸਤੇ ਕਿਰਤ ਕਰਦਾ ਹੈ, ਭਾਵ ਉਹਨਾਂ ਦੇ ਭੋਜਨ ਰੋਟੀ ਆਦਿਕ ਦਾ ਪ੍ਰਬੰਧ ਕਰਦਾ ਹੈ। ਰੱਬ ਦੇ ਵੀ ਇਹ 3 ਲੱਛਣ ਨੇ ਜੀ। ਜੇ ਗ੍ਰਸਤੀ ਦਾ ਪਹਿਲਾ ਲੱਛਣ ਹੈ ਕਿ ਉਹ ਜੰਗਲ ਪਹਾੜ ਨਹੀਂ ਭਟਕਦਾ, ਉਹ ਘਰ ਬਣਾ ਕੇ ਸਮਾਜ ਵਿੱਚ ਰਹਿੰਦਾ ਹੈ। ਤੇ ਜਿਸ ਰੱਬ ਨੇ ਸਾਨੂੰ ਰਹਿਣ ਵਾਸਤੇ ਘਰ ਦਿੱਤਾ ਹੋਵੇ ਕਿ ਉਹ ਜੰਗਲ ਪਹਾੜ ਭਟਕਦਾ ਹੈ? ਨਹੀਂ, ਉਹਦਾ ਵੀ ਇੱਕ ਘਰ ਹੈ। ਉਹ ਘਰ ਕਿਹੜਾ ਹੈ? ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ ਜੀ। ਕੋਠੜੀ ਦਾ ਮਤਲਬ ਹੈ ਸੋਹਣੀ ਕੋਠੀ, ਕਿਉਂਕਿ ਪੰਜਾਬੀ ਦਾ ਇੱਕ ਰੂਪ ਹੈ ਕਿ ਜਿੱਥੇ ਅੱਤ ਕਰਨੀ ਹੋਵੇ ਸ਼ਬਦ ਦੀ, ਉੱਥੇ ਅਡਾੜਾ ਲਾ ਦਿੱਤਾ ਜਾਂਦਾ ਹੈ। ਓਕੇ, ਅਸੀਂ ਜਿਵੇਂ ਦੇਖਦੇ ਹਾਂ, ਮਾਂ ਆਪਣੇ ਬੱਚੇ ਨੂੰ ਉਠਾਉਂਦੀ, ਮੇਰੇ ਬੱਚੇ ਉੱਠ ਤੇਰਾ ਮੁੱਖ ਧੋ ਦਿਆਂ। ਪਰ ਮਾਂ ਬਹੁਤ ਪਿਆਰ ਵਿੱਚ ਹੋਵੇ, ਮਾਂ ਆਖਦੀ ਮੇਰੇ ਬੱਚੇ ਉੱਠ ਮੈਂ ਤੇਰਾ ਮੁਖੜਾ ਧੋ ਦਿਆਂ। ਉਹ ਮੁੱਖ ਨੂੰ ਮੁਖੜਾ ਕਹਿ ਦਿੰਦੀ ਹੈ। ਗੁਰੂ ਵੀ ਰੱਬ ਦੀ ਸਿਫਤ ਕਰਦੇ ਨੇ ਤੇ ਆਖਦੇ ਨੇ ਮੇਰਾ ਸੱਜਣ ਨਹੀਂ, ਮੇਰਾ ਪਿਆਰਾ ਸੱਜਣ, ਸਾਜਣੜਾ ਮੇਰਾ ਸਾਜਣੜਾ, ਨਿਕਟ ਖਲੋਏੜਾ ਮੇਰਾ ਸਾਜਣੜਾ। ਠੀਕ। ਸਿੱਖ ਨੂੰ ਆਵਾਜ਼ ਦਿੱਤੀ ਤਾਂ ਵੀ ਕਿਹਾ ਮੇਰਾ ਪਿਆਰਾ ਸਿੱਖ, ਜੋ ਦਿਸੈ ਗੁਰ ਸਿੱਖੜਾ ਮੇਰਾ ਪਿਆਰਾ ਸਿੱਖ। ਹੁਣ ਇਸੇ ਤਰ੍ਹਾਂ ਕੋਠੜੀ ਮੈਨੇ ਰੱਬ ਦੀ ਸੋਹਣੀ ਕੋਠੀ ਜੀ। ਹੁਣ ਰੱਬ ਦਾ ਇੱਕ ਘਰ ਹੈ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਵਾਸ ਦਾ ਅਰਥ ਹੁੰਦਾ ਰਿਹਾਇਸ਼, ਨਿਵਾਸ ਕਰਨਾ। ਗ੍ਰਸਤੀ ਦਾ ਦੂਸਰਾ ਲੱਛਣ ਉਹਦੀ ਔਲਾਦ ਹੈ, ਧੀਆਂ ਪੁੱਤਰ ਨੇ ਜੀ। ਰੱਬ ਦਾ ਵੀ ਇਹ ਦੂਸਰਾ ਲੱਛਣ ਹੈ, ਰੱਬ ਦੀ ਵੀ ਔਲਾਦ ਹੈ। ਉਹ ਆਪ ਮਾਂ ਬਣਿਆ, ਆਪ ਪਿਤਾ ਬਣਿਆ, ਫਿਰ ਇਸ ਜੀਓ ਨੇ ਜਨਮ ਲਿਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਆਪ ਹੀ ਉਹਨੇ ਮਾਂ ਬਣ ਕੇ, ਪਿਤਾ ਬਣ ਕੇ ਜੀਵ ਨੂੰ ਜਨਮ ਦਿੱਤਾ ਜੀ। ਇਸੇ ਕਰਕੇ ਅਸੀਂ ਉਸ ਰੱਬ ਨੂੰ ਕਹਿੰਦੇ ਹਾਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਗ੍ਰਸਤੀ ਦਾ ਤੀਸਰਾ ਲੱਛਣ ਇਹ ਹੈ ਉਹ ਆਪਣੇ ਧੀਆਂ ਪੁੱਤਰਾਂ ਦੇ ਵਾਸਤੇ ਰੋਜ਼ੀ ਰੋਟੀ ਦਾ ਪ੍ਰਬੰਧ ਕਰਦਾ ਹੈ। ਉਹਨੂੰ ਫਿਕਰ ਹੈ ਆਪਣੇ ਬੱਚਿਆਂ ਦੀ ਰੋਜ਼ੀ ਰੋਟੀ ਦੀ, ਚਿੰਤਾ ਹੈ ਜੀ। ਰੱਬ ਦਾ ਵੀ ਇਹ ਤੀਸਰਾ ਗੁਣ ਹੈ ਕਿ ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ
ਜਗ। ਜੀ ਜਿਹਨੇ ਜਗਤ ਨੂੰ ਪੈਦਾ ਕੀਤਾ ਉਹ ਚਿੰਤਾ ਕਰਦਾ ਹੈ ਸੰਸਾਰ ਦੀ, ਇਸ ਕਰਕੇ ਉਹ ਰੋਜ਼ੀ ਰੋਟੀ ਦਾ ਵੀ ਪ੍ਰਬੰਧ ਕਰਦਾ ਹੈ। ਤੁਮ ਦਾਤੇ ਠਾकुर प्रतिपालक नायक खसम हमारे, निमख निमख तुम ही प्रतिपालो, हम बारिक तुमरे धारे। ਅਸੀਂ ਤੇਰੇ ਪੈਦਾ ਕੀਤੇ ਬੱਚੇ ਹਾਂ, ਤੂੰ ਸਾਡੇ ਲਈ ਰੋਜ਼ੀ ਰੋਟੀ ਦਾ ਪ੍ਰਬੰਧ ਕਰਦਾ ਹੈ। ਜੀ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ। ਅਸੀਂ ਰੱਬ ਦੇ ਬੱਚੇ ਹਾਂ, ਉਹ ਸਾਡੀ ਪਾਲਣਾ ਕਰ ਰਿਹਾ ਹੈ। ਗੁਰਬਾਣੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਿਸੇ ਦਾ ਪਰਿਵਾਰ ਜਿਹੜਾ ਅਸੀਂ ਦੇਖਦੇ ਹਾਂ 5 ਮੈਂਬਰਾਂ ਦਾ ਹੋ ਸਕਦਾ ਹੈ, ਕਿਸੇ ਦਾ 10 ਮੈਂਬਰਾਂ ਦਾ ਪਰਿਵਾਰ ਹੋ ਸਕਦਾ ਹੈ, ਕਿਸੇ ਦਾ ਪਰਿਵਾਰ ਇੰਨਾ ਵੱਡਾ ਹੋ ਸਕਦਾ ਹੈ ਕਿ 50 ਜਾਂ 100 ਫੈਮਿਲੀ ਮੈਂਬਰ ਉਹਦੇ ਪਰਿਵਾਰ ਵਿੱਚ ਹੋਣ। ਪਰ ਸਤਿਗੁਰੂ ਪਾਤਸ਼ਾਹ ਨੇ ਬਾਣੀ 'ਚ ਬਚਨ ਕੀਤਾ, ਮੇਰੇ ਪ੍ਰਭੂ ਅਸਲ ਵਿੱਚ ਤੂੰ ਸਭ ਤੋਂ ਵਧੀਆ ਸਫਲ ਗ੍ਰਸਤੀ ਤੂੰ ਹੈ, ਕਿਉਂਕਿ ਤੇਰਾ ਪਰਿਵਾਰ 150 ਮੈਂਬਰਾਂ ਦਾ ਨਹੀਂ, ਇਹ ਸਾਰੀ ਦੁਨੀਆ ਦੇ ਜੀਵ ਜੰਤੂ ਪਸ਼ੂ ਪੰਛੀ ਪੇੜ ਪੌਦੇ ਇਹ ਸਾਰੇ ਤੇਰੇ ਪਰਿਵਾਰ ਦਾ ਅੰਗ ਨੇ, ਇਹ ਸਾਰਾ ਤੇਰਾ ਪਰਿਵਾਰ ਹੈ, ਇਸ ਕਰਕੇ ਤੂੰ ਸਫਲ ਗ੍ਰਸਤੀ ਹੈ। ਜੀ ਮੋਹਨ ਤੂੰ ਸੁਫਲ ਫਲਿਆ ਸਣ ਪਰਿਵਾਰੇ, ਭਾਵ ਤੂੰ ਸੁਫਲ ਹੈ, ਸਾਰਾ ਸੰਸਾਰ ਤੇਰਾ ਪਰਿਵਾਰ ਹੈ। ਸਤਿਗੁਰੂ ਕਹਿਣ ਲੱਗੇ ਵੀ ਗੱਲ ਹੀ ਮੁਕਾਓ, ਗ੍ਰਸਤਨ ਮੈਂ ਤੂੰ ਬੜੋ ਗ੍ਰਸਤੀ। ਗ੍ਰਸਤੀਆਂ ਦੇ ਵਿੱਚੋਂ ਤੂੰ ਸਭ ਤੋਂ ਵੱਡਾ ਗ੍ਰਸਤੀ ਹੈ। ਜੀ ਸਿੱਖ ਮਤ ਦੇ ਵਿੱਚ ਰੱਬ ਗ੍ਰਸਤੀ ਮੰਨਿਆ ਗਿਆ। ਸਿੱਖ ਪੰਥ ਦੇ ਵਿੱਚ ਗੁਰੂ ਸਾਹਿਬਾਨ ਵੀ ਗ੍ਰਸਤੀ ਰਹੇ ਨੇ ਜੀ, ਉਹਨਾਂ ਦੇ ਵੀ ਧੀਆਂ ਪੁੱਤਰ, ਉਹਨਾਂ ਦਾ ਵੀ ਪਰਿਵਾਰ ਹੈ। ਤੇ ਗੁਰੂ ਸਾਹਿਬਾਨਾਂ ਨੇ ਸਿੱਖ ਨੂੰ ਵੀ ਹਦਾਇਤ ਕੀਤੀ, ਤੂੰ ਗ੍ਰਸਤੀ ਬਣ ਕੇ ਰਹਿਣਾ ਜੀ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਹੁਣ ਜਿਸ ਧਰਮ ਵਿੱਚ ਰੱਬ ਵੀ ਗ੍ਰਸਤੀ ਜੀ, ਗੁਰੂ ਸਾਹਿਬਾਨ ਵੀ ਗ੍ਰਸਤੀ, ਸਿੱਖ ਨੂੰ ਹਦਾਇਤ ਉਹਨਾਂ ਨੇ ਵੀ ਗ੍ਰਸਤੀ ਬਣ ਕੇ ਰਹਿਣਾ। ਜੇ ਉਸ ਧਰਮ ਦੇ ਵਿੱਚ ਕੋਈ ਵਿਹੰਗਮ ਕੋਈ ਜਤੀ ਆ ਕੇ ਕਹੇ ਮੈਂ ਆਗੂ ਹਾਂ ਜੀ, ਆਗੂ ਤੇ ਦੂਰ, ਉਹ ਤੇ ਸਿੱਖ ਧਰਮ ਦਾ ਮੈਂਬਰ ਵੀ ਨਹੀਂ ਬਣਿਆ, ਪਰ ਅੱਜ ਭਾਈ ਸਿੱਖ ਸਾਹਿਬ ਵੀ ਨਹੀਂ ਬਣਿਆ। ਬਿਲਕੁਲ ਤੁਸੀਂ ਸਹੀ ਕਿਹਾ, ਲੇਕਿਨ ਅਫਸੋਸ ਕਿ ਅੱਜ ਇਹੀ ਚੀਜ਼ ਬਹੁਤ ਜ਼ਿਆਦਾ ਪ੍ਰਚਲਿਤ ਹੋ ਰਹੀ ਹੈ ਕਿ ਜਿਹੜਾ ਆਪਣੇ ਆਪ ਨੂੰ ਵਿਹੰਗਮ ਅਖਵਾ ਰਿਹਾ ਹੈ, ਇਹ ਕਹਿ ਕੇ ਕਿ ਜੀ ਮੈਂ ਤਾਂ ਸਿੱਖੀ ਦੇ ਪ੍ਰਚਾਰ ਲਈ ਜਿਹੜੇ ਸਾਡਾ ਅੱਜ ਬਾਬਾਡਮ ਜੋ ਫੈਲ ਰਿਹਾ, ਉਸ ਵਿੱਚ ਬਹੁਤ ਸਾਰੇ ਐਸੇ ਬਾਬੇ ਹੈਗੇ ਨੇ ਜਿਨ੍ਹਾਂ ਨੂੰ ਕਿ ਬਹੁਤ ਜ਼ਿਆਦਾ ਮਾਨਤਾ ਲੋਕਾਂ ਵੱਲੋਂ ਵੀ ਦਿੱਤੀ ਜਾਂਦੀ ਹੈ, ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀਆਂ ਵੱਲੋਂ ਵੀ ਦਿੱਤੀ ਜਾਂਦੀ ਹੈ, ਤੇ ਇਹ ਚੀਜ਼ ਸਟ੍ਰੈਸ ਕੀਤੀ ਜਾਂਦੀ ਬਾਰ-ਬਾਰ ਕਿ ਇਹਨਾਂ ਨੇ ਦੇਖੋ ਜੀ ਪਰਿਵਾਰ ਨੂੰ ਛੱਡ ਕੇ ਪਰਿਵਾਰ ਵਾਲੇ ਪਾਸੇ ਨਾ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹੈਗੇ। ਸੋ ਉਹਨਾਂ ਦੇ ਪ੍ਰਤੀ ਤੁਸੀਂ ਕੀ ਕਹਿੰਦੇ ਹੋ, ਤੇ ਕਿਉਂ ਨਹੀਂ, ਜੇਕਰ ਜਿਸ ਤਰ੍ਹਾਂ ਤੁਸੀਂ ਜੋ ਕੁਝ ਦੱਸਿਆ ਕਿ ਗੁਰੂ ਨਾਨਕ ਸਾਹਿਬ ਨੇ ਹੀ ਗ੍ਰਸਤ ਜੀਵਨ ਨੂੰ ਇੰਨੀ ਇੰਪੋਰਟੈਂਸ ਦਿੱਤੀ, ਪਰ ਫਿਰ ਆਮ ਜਨਤਾ ਤੇ ਪ੍ਰਬੰਧਕ ਕਮੇਟੀਆਂ ਕਿਉਂ ਇਹ ਫਿਰ ਸਾਰਾ ਕੁਝ ਕਰ ਰਹੀਆਂ ਨੇ? ਬਿਲਕੁਲ ਜੀ, ਦੇਖੋ ਹੁਣ ਮੈਂ ਆਪਣੇ ਕੋਲੋਂ ਕੁਝ ਵੀ ਨਹੀਂ ਕਿਹਾ ਹੈਗਾ, ਨਾ ਕਹਿਣਾ ਹੈਗਾ, ਤੇ ਕੁਝ ਹੋਰ ਪੰਕਤੀਆਂ ਮੈਂ ਸਿਰਫ ਗੁਰੂ ਸਾਹਿਬ ਦਾ ਹੀ ਮਤ ਤੁਹਾਡੇ ਸਾਹਮਣੇ ਰੱਖ ਦੇਣਾ ਜੀ ਕਿ ਗੁਰੂ ਸਾਹਿਬ ਕੀ ਕਹਿੰਦੇ ਨੇ। ਗੁਰੂ ਸਾਹਿਬ ਕਹਿਣ ਲੱਗੇ ਕਿ ਜੇ ਕੋਈ ਜਤੀ ਵਿਹੰਗਮ ਬਣ ਕੇ ਰੱਬ ਨੂੰ ਪਾ ਸਕਦਾ ਹੈ, ਤੇ ਇਸ ਧਰਤੀ ਤੇ ਜਿੰਨੇ ਵੀ ਖੁਸਰੇ ਨੇ ਉਹ ਸਾਰੇ ਧਰਮੀ ਹੋਣੇ ਚਾਹੀਦੇ ਨੇ, ਕਿਉਂਕਿ ਬਿੰਦ ਰਾਖ ਜੋ ਤਰੀਏ ਭਾਈ ਜੀ, ਖੁਸਰੇ ਕਿਉਂ ਨਾ ਪਰਮਗਤ ਪਾਈ। ਮੈਨੂੰ ਗੁਰਬਾਣੀ ਦੇ ਅਰਥ ਕਰਨ ਲੱਗਿਆ ਕੋਈ ਸ਼ਰਮ ਨਹੀਂ ਹੈ, ਠੀਕ, ਕਿਉਂਕਿ ਮੇਰੇ ਗੁਰੂ ਨੇ ਇਹ ਗੱਲਾਂ ਕਹੀਆਂ ਨੇ ਕਿ ਜੇ ਇਸ ਤਰ੍ਹਾਂ ਜਤੀ ਵਿਹੰਗਮ ਬਣਿਆ ਕੋਈ ਰੱਬ ਨੂੰ ਮਿਲ ਸਕਦਾ ਹੈ, ਇਸ ਧਰਤੀ ਦੇ ਸਾਰੇ ਹੀ ਜਿਹੜੇ ਨਪੁੰਸਕ ਲੋਕ ਨੇ ਉਹ ਧਰਮੀ ਹੋ ਜਾਣੇ ਚਾਹੀਦੇ ਨੇ ਜੀ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਇਹ ਗੱਲ ਕਹਿ ਦਿੱਤੀ ਹੈ, ਕਹਿਣ ਲੱਗੇ ਇਹ ਸਿੱਖਾ ਇਹੋ ਜਿਹਾ ਬੰਦਾ ਜੇ ਤੇਰੇ ਦਰਵਾਜ਼ੇ ਤੇ ਆਵੇ ਉਹਨੂੰ ਹਿਜੜੇ ਤੋਂ ਵੱਧ ਮਾਨਤਾ ਨਾ ਦੇਈਂ, ਜਿਵੇਂ ਉਹਨਾਂ ਨੂੰ ਤੂੰ ਬਾਰੋ-ਬਾਰ ਟਰਕਾ ਦਿੰਦਾ, ਇਹਨਾਂ ਨੂੰ ਬਾਰੋ-ਬਾਰ ਟਰਕਾ ਦਿਆ ਕਰ। ਬਿੰਦ ਕੇ ਸਦਈਆ ਤਾਂ ਹੀ ਹੀਜ ਕੀ ਵਡਈਆ ਦੇਤ, ਜੀ, ਬਸ ਹਿਜੜੇ ਦੀ ਵਡਿਆਈ ਨਹੀਂ, ਉਦੋਂ ਵੱਧ ਨਹੀਂ। ਬਿੰਦ ਕੇ ਸਦਈਆ ਤਾਂ ਹੀ ਹੀਜ ਕੀ ਵਡਈਆ ਦੇਤ, तरवर सदीव मौन साधे ही मर्त है, अंगना अधीन काम क्रोध में प्रवीण, एक ज्ञान के विहीन छीन कैसे कह तरत है। ਪਰ ਉਹੀ ਗੱਲ ਆ ਗਈ ਕਿ ਜਿੱਥੇ ਗੁਰੂ ਨੇ ਤੇ ਕਿਹਾ ਕਿ ਬਾਹਰੋਂ ਕਰ ਦੋ, ਤੇ ਇੱਥੇ ਤੇ ਲੋਕ ਜਿਹੜੇ ਨੇ ਉਹ ਮੱਥੇ ਟੇਕਣੇ ਤੇ ਉਹਨਾਂ ਕੋਲ ਆਸ਼ੀਰਵਾਦ ਲੈ ਰਹੇ ਨੇ। ਮੈਂ ਤਾਂ ਆਪ ਹੈਰਾਨ ਹਾਂ, ਜਿਸ ਦੀ ਆਪਣੀ ਔਲਾਦ ਨਹੀਂ ਹੈ, ਆਪਣਾ ਪਰਿਵਾਰ ਨਹੀਂ ਹੈ, ਉਹ ਦੂਸਰੇ ਨੂੰ ਪੁੱਤਰ ਵੰਡ ਰਿਹਾ ਹੈ ਜੀ। ਮੇਰੇ ਖਿਆਲ ਵਿੱਚ ਨਹੀਂ, ਇਸ ਪੂਰੀ ਧਰਤੀ ਤੇ ਸ਼ਾਇਦ ਕੋਈ ਇਹੋ ਜਿਹਾ ਸਾਧ ਹੋਵੇ ਜਿਹੜਾ ਧੀਆਂ ਵੰਡਦਾ ਹੋਵੇ, ਮੇਰੀ ਨੌਲੇਜ ਵਿੱਚ ਨਹੀਂ ਹੈ। ਜੇ ਤੁਹਾਨੂੰ ਪਤਾ ਹੋਵੇ ਜਾਂ ਕਿਸੇ ਸਰੋਤੇ ਨੂੰ ਪਤਾ ਹੋਵੇ, ਮੈਨੂੰ ਫੋਨ ਕਰਕੇ ਦੱਸਣ ਵੀ ਫਲਾਣਾ ਸਾਧ ਧੀਆਂ ਵੀ ਵੰਡਦਾ ਹੈ। ਰਾਈਟ। ਜਿੰਨੇ ਸਾਧ ਨੇ ਉਹ ਪੁੱਤਰ ਹੀ ਵੰਡ ਰਹੇ ਨੇ। ਜੇ ਪੁੱਤਰ ਇੰਨੇ ਚੰਗੇ ਨੇ ਫਿਰ ਆਪ ਕਿਉਂ ਨਹੀਂ ਉਹ ਲੈ ਰਹੇ ਜੀ? ਫਿਰ ਆਪ ਵੀ ਉਹਨਾਂ ਨੂੰ ਪੁੱਤਰ ਲੈਣੇ ਚਾਹੀਦੇ ਨੇ। ਦੂਸਰੀ ਗੱਲ, ਜੇ ਇਕੱਲੇ ਪੁੱਤਰ ਹੀ ਵੰਡ ਰਹੇ ਨੇ, ਇਹਦਾ ਮਤਲਬ ਧੀਆਂ ਦੇ ਪ੍ਰਤੀ ਉਹਨਾਂ ਦੀ ਦ੍ਰਿਸ਼ਟੀ ਜਿਹੜੀ ਉਹ ਠੀਕ ਨਹੀਂ ਹੈ। ਔਰ ਬਦਕਿਸਮਤੀ ਇਹ ਹੈ ਕਿ ਸਭ ਤੋਂ ਵੱਧ ਚੇਲੀਆਂ ਉਹਨਾਂ ਦੀਆਂ ਬੀਬੀਆਂ ਹੁੰਦੀਆਂ। ਬਿਲਕੁਲ ਯਾਦ ਰੱਖਿਓ, ਜਤੀ ਵਿਹੰਗਮ ਬਣਨਾ ਇਸਤਰੀ ਜਾਤੀ ਨਾਲ ਨਫ਼ਰਤ ਦਾ ਪ੍ਰਗਟਾਵਾ ਹੈ। ਭਾਵ ਉਹ ਇਸਤਰੀ ਜਾਤੀ ਨੂੰ ਚੰਗਾ ਨਹੀਂ ਸਮਝਦਾ, ਇਸ ਕਰਕੇ ਵਿਆਹ ਨਹੀਂ ਕਰਾਉਣਾ ਚਾਹੁੰਦਾ ਜੀ।
ਇਸਤਰੀ ਜਾਤੀ ਨਾਲ ਨਫ਼ਰਤ ਦਾ ਪ੍ਰਗਟਾਵਾ ਹੈ ਵਿਹੰਗਮ ਜਤੀ ਹੋ ਜਾਣਾ। ਤੇ ਸਭ ਤੋਂ ਵੱਧ ਚੇਲੀਆਂ ਉਹਦੀਆਂ ਬੀਬੀਆਂ ਹੋ ਜਾਂਦੀਆਂ ਨੇ। ਫਿਰ ਉਹੀ ਜਿਹੜਾ ਸਾਧ ਹੈ ਉਹ ਪੁੱਤਰ ਹੀ ਵੰਡ ਰਿਹਾ ਹੈ, ਧੀਆਂ ਨਹੀਂ ਵੰਡ ਰਿਹਾ। ਉਹ ਤੇ ਸਮਾਜਿਕ ਤੌਰ ਤੇ ਵੀ ਇੱਕ ਅਸਮਾਨਤਾ ਪੈਦਾ ਕਰ ਰਿਹਾ ਹੈ ਲੜਕੇ ਤੇ ਲੜਕੀ ਦੇ ਵਿੱਚ। ਇਸ ਕਰਕੇ ਗੁਰੂ ਸਾਹਿਬ ਨੇ ਗ੍ਰਸਤੀ ਵੀ ਬਣਾਇਆ ਸਿੱਖ ਨੂੰ, ਆਪ ਵੀ ਗ੍ਰਸਤੀ, ਗੁਰੂ ਸਾਹਿਬਾਨਾਂ ਨੇ ਰੱਬ ਨੂੰ ਵੀ ਗ੍ਰਸਤੀ ਮੰਨਿਆ। ਹਾਂ, ਗ੍ਰਸਤ ਵਿੱਚ ਰਹਿੰਦਿਆਂ ਅਸੀਂ ਜੋਗੀ ਬਣ ਕੇ ਰਹਿਣਾ ਹੈ। ਜੋਗੀ ਮਨੇ ਗ੍ਰਸਤ ਵਿੱਚ ਰਹਿੰਦਿਆਂ ਅਸੀਂ ਵਿਕਾਰਾਂ ਤੋਂ ਨਿਰਲੇਪ ਹੋ ਕੇ ਰਹਿਣਾ ਹੈ, ਕਮਲ ਦੇ ਫੁੱਲ ਦੀ ਤਰ੍ਹਾਂ। ਜਿਵੇਂ ਖੁਰਾਕ ਉਹ ਚਿੱਕੜ ਚੋਂ ਹੀ ਲੈਂਦਾ ਹੈ ਪਰ ਚਿੱਕੜ ਨੂੰ ਪਾਉਂਦਾ ਨਹੀਂ ਹੈ। ਸਾਡਾ ਗੁਜ਼ਾਰਾ ਇਸ ਮਾਇਆ ਵਿੱਚ ਰਹਿੰਦੇ ਹੀ ਹੋਣਾ ਹੈ, ਪਰ ਅਸੀਂ ਮਾਇਆ ਤੋਂ ਨਿਰਲੇਪ ਹੋ ਕੇ ਰਹਿਣਾ ਹੈ, ਜਿਹਨੂੰ ਅਸੀਂ ਕਹਿੰਦੇ ਆ ਰੇ ਮਨ ਐਸੋ ਕਰ ਸੰਨਿਆਸਾ। ਕਿਹੋ ਜਿਹਾ ਸੰਨਿਆਸ ਕਰੀਏ ਕਿ ਬਨ ਸੇ ਸਦਨ, ਘਰ ਹੀ ਜੰਗਲ ਵਾਂਗੂ ਭਾਵ ਨਿਰਲੇਪ ਹੋ ਜਾਣਾ। ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਮਨ ਚ ਨਿਰਲੇਪ ਹੋ ਜਾਣਾ ਵਿਕਾਰਾਂ ਵੱਲੋਂ, ਇਹ ਹੈ ਉਦਾਸ ਹੋਣਾ। ਓਕੇ ਜੀ, ਇਹਦੇ ਬਾਰੇ ਇਹ ਜਿਹੜੀ ਤੁਸੀਂ ਗੱਲ ਕੀਤੀ ਕਿ ਮਹੱਤਤਾ ਜਿਹੜੀ ਤੁਸੀਂ ਦੱਸੀ ਗੁਰੂ ਨਾਨਕ ਸਾਹਿਬ ਨੇ ਹੀ ਗ੍ਰਸਤ ਜੀਵਨ ਦੀ, ਤੇ ਨਾਲ ਬਾਣੀ ਵਿੱਚੋਂ ਹੀ ਤੁਸੀਂ ਜਿਹੜੇ ਸਾਨੂੰ ਤੁਕਾਂ ਦੱਸੀਆਂ ਨੇ। ਪਰ ਹੁਣ ਗੱਲ ਇੱਥੇ ਆਉਂਦੀ ਕਿ ਸੱਚਾ ਸੌਦੇ ਬਾਰੇ ਕੌਣ ਨਹੀਂ ਜਾਣਦਾ, ਅਸੀਂ ਸੁਣਦੇ ਹਾਂ ਕਿ ਜੇ ਗੁਰੂ ਨਾਨਕ ਸਾਹਿਬ ਇੰਨੀ ਅਹਿਮੀਅਤ ਦਿੰਦੇ ਸੀ ਗ੍ਰਸਤ ਜੀਵਨ ਨੂੰ, ਤਾਂ ਜਿਹੜੇ ਸੱਚੇ ਸੌਦੇ ਦੀ ਜਿਹੜੀ ਅਸੀਂ ਕਹਾਣੀ ਸੁਣਦੇ ਹਾਂ ਕਿ ਉਹ ਜਿਹੜੇ ਉੱਥੇ ਸਾਧੂ ਸਨ, ਉਹ ਸੰਤ ਸਨ, ਉਹਨਾਂ ਨੂੰ ਜਾ ਕੇ ਜਿਹੜੇ ਕਿ ਉਹ ਵਿਹੰਗਮ ਸਨ, ਉਹਨਾਂ ਨੂੰ ਜਾ ਕੇ ਉੱਥੇ ਜਾ ਕੇ ਲੰਗਰ ਛਕਵਾਉਂਦੇ ਨੇ। ਇਹ ਸੱਚੇ ਸੌਦੇ ਦਾ ਅਸਲ ਵਿੱਚ ਕਨਸੈਪਟ ਕੀ ਹੈ ਸਿੱਖੀ ਦੇ ਵਿੱਚ, ਇਹਦੇ ਬਾਰੇ ਗੱਲਬਾਤ ਕਰਨੀ ਹੈ ਇਸ ਬ੍ਰੇਕ ਤੋਂ ਬਾਅਦ।